ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਮੇਰੇ ਨਾਲ ਇਹ ਪਹਿਲੀ ਵਾਰ ਉਦੋਂ ਹੋਇਆ ਜਦੋਂ ਮੈਂ ਕੋਈ 12 ਕੁ ਸਾਲਾਂ ਦੀ ਹੋਵਾਂਗੀ। 5ਵੀਂ ਦੇ ਪੇਪਰ ਦੇ ਕੇ ਜਦੋਂ ਰਿਕਸ਼ੇ 'ਚ ਉਤਰੀ ਤਾਂ ਮੇਰੀ ਸੀਟ ਖੂਨ ਨਾਲ ਲੱਥ-ਪੱਥ ਹੋ ਗਈ ਸੀ। ਨਾਲ ਦੇ ਹੱਕੇ ਬੱਕੇ ਰਹਿ ਗਏ, ਕੁਝ ਡਰ ਵੀ ਗਏ। ਇੱਕ ਪਤਾ ਨਹੀਂ ਕਿਉਂ ਦੰਦ ਕੱਢੀ ਜਾ ਰਿਹਾ ਸੀ, ਸ਼ਾਇਦ ਜਾਣਦਾ ਸੀ ਕਿ ਇਹ ਕੀ ਹੋਇਆ। ਮੈਂ ਰੋ ਪਈ। ਰਿਕਸ਼ੇ ਵਾਲਾ ਅੰਦਰ ਜਾ ਕੇ ਮੇਰੀ ਮਾਂ ਨੂੰ ਸੱਦ ਲਿਆਇਆ। ਉਹ ਮੈਨੂੰ ਅੰਦਰ ਇੰਝ ਲੁਕਾ ਕੇ ਲੈ ਗਈ ਜਿੱਦਾਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ। ਉਹਨੇ ਇਹ ਗੱਲ ਦਾ ਮੇਰੇ ਬਾਪ ਤੇ ਭਰਾਵਾਂ ਤੋਂ ਓਹਲਾ ਰੱਖਿਆ। ਧਾਰਮਿਕ ਪਰਿਵਾਰ ਹੋਣ ਕਰਕੇ ਮੇਰੇ ਤੇ ਪੂਰੇ 7 ਦਿਨ ਚੁੱਲ੍ਹੇ ਚੌਂਕੇ ਤੇ ਪੂਜਾ ਵਾਲੇ ਕਮਰੇ 'ਚ ਵੜਨ ਤੇ ਪਾਬੰਦੀ ਸੀ। ਸਰੀਰਕ ਵਿਗਿਆਨ ਵਾਲਾ ਟੀਚਰ ਵੀ ਇਹ ਚੀਜ਼ ਕਲਾਸ ਸਾਹਮਣੇ ਪੜ੍ਹਾਉਣ ਤੋਂ ਕੰਨੀ ਕਤਰਾਉਂਦਾ ਤੇ ਅਕਸਰ ਹੀ ਆਖਿਆ ਕਰਦਾ ਕਿ ਇਹ ਸਭ ਕੁਝ ਘਰੇ ਆਪੇ ਹੀ ਪੜ੍ਹ ਲਿਓ। ਮੇਰੇ ਕੋਲ ਇੱਕੋ ਕੱਪੜਾ ਹੁੰਦਾ ਸੀ ਜਿਹਨੂੰ ਮੈਂ ਕਿਸੇ ਭੀੜੀ ਜੀ ਨੁੱਕਰ 'ਚ ਲੁਕਾ ਕੇ ਰੱਖਦੀ, ਤੇ ਜਦੋਂ ਮੈਂ ਇਸ ਵਰਤਾਰੇ 'ਚੋਂ ਗੁਜ਼ਰ ਰਹੀ ਹੁੰਦੀ ਤਾਂ ਮੈਨੂੰ ਉਸੇ ਕੱਪੜੇ ਨੂੰ ਬਾਰ-ਬਾਰ ਧੋ ਕੇ ਵਰਤਣਾ ਪੈਂਦਾ, ਕਿਉਂਕਿ ਨਿੱਕੇ ਜਿਹੇ ਕਸਬੇ 'ਚ ਦੁਕਾਨ 'ਤੇ ਜਾ ਕੇ ਪੈਡ ਮੰਗਣੇ ਹਿਮਾਲਿਆ ਪਰਬਤ ਚੜ੍ਹਨ ਤੋਂ ਵੀ ਔਖਾ ਲੱਗਿਆ ਕਰਦਾ। ਇਸ ਵਰਤਾਰੇ ਨਾਲ ਸੰਬੰਧਿਤ ਜ਼ਿਆਦਾਤਰ ਪਾਬੰਦੀਆਂ ਤੇ ਬੰਦਿਸ਼ਾਂ ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ ਵੱਲੋਂ ਠੋਸੀਆਂ ਜਾਂਦੀਆਂ ਸੀ। ਮੈਂ ਇਸ ਕੁਦਰਤੀ ਹੁੰਦੇ ਵਰਤਾਰੇ ਨਾਲ ਸੰਬੰਧਿਤ ਸ਼ਰਮਿੰਦਗੀ ਵਾਲੀ ਪੰਡ ਸਿਰ 'ਤੇ ਚੁੱਕ ਜਵਾਨ ਹੋਈ। ਇਸ ਬਾਰੇ ਖੁੱਲ੍ਹ ਕੇ ਚਰਚਾ ਉਦੋਂ ਸੰਭਵ ਹੋਈ ਜਦੋਂ ਮੇਰਾ ਬੋਰਡਿੰਗ ਸਕੂਲ 'ਚ ਪੜ੍ਹਾਉਣ ਗਈ ਦਾ ਵਿਆਹ ਇੱਕ ਆਧੁਨਿਕ ਵਿਚਾਰਾਂ ਵਾਲੇ ਇਨਸਾਨ ਨਾਲ ਹੋ ਗਿਆ। ਜਦੋਂ ਉਹਨੂੰ ਮਾਹਵਾਰੀ ਬਾਰੇ ਔਰਤ ਜ਼ਾਤ 'ਤੇ ਲੱਗਦੀਆਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਬਾਰੇ ਪਤਾ ਲੱਗਾ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਫਿਰ ਅਸੀਂ ਦੋਹਾਂ ਨੇ ਮਾਹਵਾਰੀ ਨਾਲ ਸੰਬੰਧਿਤ ਇੱਕ ਕਾਮਿਕ ਸਟ੍ਰਿਪ ਤਿਆਰ ਕੀਤੀ ਜਿਹੜੀ ਜਵਾਨ ਹੁੰਦੀਆਂ ਬੱਚੀਆਂ ਨੂੰ ਇਸ ਵਰਤਾਰੇ ਸੰਬੰਧੀ ਅਨੇਕਾਂ ਸਵਾਲਾਂ ਦੇ ਜਵਾਬ ਦਿਆ ਕਰਦੀ। ਮੈਨੂੰ ਅਜੇ ਤੱਕ ਇਸ ਸਵਾਲ ਦਾ ਸਪਸ਼ਟ ਜਵਾਬ ਨਹੀਂ ਮਿਲਿਆ ਕਿ ਮੈਨੂੰ ਇਸ ਕੁਦਰਤੀ ਵਰਤਾਰੇ ਬਾਰੇ ਇੰਨਾ ਚੁੱਪ ਰਹਿਣ ਲਈ ਕਿਉਂ ਮਜਬੂਰ ਕੀਤਾ ਗਿਆ, ਜਦੋਂ ਕਿ ਔਰਤ ਅੰਦਰ ਹੁੰਦੇ ਇਸ ਮਾਸਿਕ ਚੱਕਰ ਤੋਂ ਬਗੈਰ ਇਨਸਾਨੀ ਪ੍ਰਜਾਤੀ ਦੀ ਪੀੜ੍ਹੀ ਦਰ ਪੀੜ੍ਹੀ ਹੁੰਦੀ ਉਤਪਤੀ ਤੇ ਵਿਕਾਸ ਬਿਲਕੁਲ ਵੀ ਸੰਭਵ ਨਹੀਂ ਹੋ ਸਕਦਾ ਸੀ। ਗੌਰਤਲਬ ਹੈ ਕਿ ਕੈਨੇਡਾ ਦੇ ਸਕੂਲਾਂ 'ਚ 5ਵੀਂ ਜਮਾਤ ਤੋਂ ਹੀ ਸੈਕਸ ਜੀਵਨ ਦੇ ਸਾਰੇ ਖਾਸ ਪਹਿਲੂਆਂ ਬਾਰੇ ਤੇ ਇਨਸਾਨੀ ਸਰੀਰ 'ਚ ਸ਼ੁਰੂਆਤੀ ਪੱਧਰ 'ਤੇ ਹੁੰਦੀਆਂ ਸਾਰੀਆਂ ਤਬਦੀਲੀਆਂ ਬਾਰੇ ਚੰਗੀ ਤਰ੍ਹਾਂ ਪੜ੍ਹਾ ਦਿੱਤਾ ਜਾਂਦਾ ਹੈ। ਜਾਂਦੇ ਸਮੂਹਕ ਬਾਪੂਆਂ ਨੂੰ ਸਮਰਪਿਤ ਅੱਜ ਵਾਲੇ ਦਿਨ 'ਤੇ ਇੱਕ ਵਰਤਾਰਾ ਚੇਤੇ ਆ ਗਿਆ। ਨਿੱਕੇ 2 ਬੱਚੇ ਤੇ ਇੱਕ ਜਵਾਨ ਹੁੰਦੀ ਧੀ ਛੱਡ ਉਹਦੇ ਨਾਲ ਦੀ ਰੱਬ ਨੂੰ ਪਿਆਰੀ ਹੋ ਗਈ। ਸੰਸਕਾਰ, ਭੋਗ, ਦਸਵੇਂ, ਫੁੱਲ, ਕੀਰਤਪੁਰ ਸਾਹਿਬ ਤੇ ਕਾਰ ਵਿਹਾਰ ਮੁਕਾ ਜਦੋਂ ਰਿਸ਼ਤੇਦਾਰੀ ਆਪੋ ਆਪਣੇ ਘਰਾਂ ਨੂੰ ਮੁੜ ਗਈ ਤਾਂ ਇੱਕ ਦਿਨ ਨਿੱਕੇ ਪੁੱਤ ਨੂੰ ਸਾਈਕਲ 'ਤੇ ਬਿਠਾ ਸੌਦਾ ਲੈਣ ਤੁਰ ਪਿਆ। ਸੌਦਾ ਤੁਲਾਣ ਮਗਰੋਂ ਨਿੱਕੇ ਪੁੱਤ ਨੇ ਬੋਝੇ 'ਚੋਂ ਇੱਕ ਪਰਚੀ ਕੱਢੀ। ਅਖੇ ਵੱਡੀ ਭੈਣ ਜੀ ਆਖਦੀ ਸੀ ਡੈਡੀ ਨੂੰ ਦੇ ਦਵੇਂ। ਪਰਚੀ ਪੜ੍ਹੀ, ਫਿਰ ਨਾਲ ਦੀ ਨੂੰ ਚੇਤੇ ਕਰ ਰੋ ਪਿਆ। ਫਿਰ ਮਨ ਹੀ ਮਨ ਇੱਕ ਫੈਸਲਾ ਲਿਆ ਕਿ ਜੇ ਜ਼ਿੰਦਗੀ ਦੀ ਬੇੜੀ ਪਾਰ ਲਾਉਣੀ ਏ ਤਾਂ ਅੱਜ ਮਗਰੋਂ ਨਿਆਣਿਆਂ ਦੇ ਬਾਪ ਦੇ ਨਾਲ ਜਵਾਨ ਹੁੰਦੀ ਧੀ ਦੀ ਮਾਂ ਵੀ ਬਣਨਾ ਪੈਣਾ। ਫਿਰ ਅਖੀਰ ਤੱਕ ਮਾਂ ਬਣ ਵਿਚਰਿਆ ਵੀ। ਪਹਿਲੀ ਗੱਲ ਇਹ ਕਿ ਰੱਬ ਕਰੇ ਮਾਪੇ ਰਹਿੰਦੀ ਦੁਨੀਆ ਤੱਕ ਨਿਆਣਿਆਂ ਦੇ ਸਿਰ 'ਤੇ ਬਣੇ ਰਹਿਣ, ਪਰ ਜੇ ਇਹਨਾਂ 'ਚੋਂ ਇੱਕ ਵਕਤ ਤੋਂ ਪਹਿਲਾਂ ਚਲਾ ਹੀ ਜਾਵੇ ਤਾਂ ਮਗਰ ਰਹਿ ਗਏ ਨੂੰ ਮਾਂ ਤੇ ਪਿਓ ਦੋਵੇਂ ਚੀਜ਼ਾਂ ਬਣਨ ਦੀ ਤੌਫੀਕ ਅਦਾ ਕਰੇ। ਮਾਂ ਧੀ ਤੇ ਪਿਓ ਪੁੱਤ ਦੇ ਲੱਖ ਸਦੀਵੀ ਓਹਲੇ ਹੁੰਦੇ ਜਿਹੜੇ ਤੀਜੀ ਧਿਰ ਨਾਲ ਸਾਂਝੇ ਕਰਨੇ ਓਨੇ ਹੀ ਔਖੇ ਹੁੰਦੇ ਜਿੰਨੇ ਅੱਗ ਦੇ ਸਮੁੰਦਰ ਨੂੰ ਲਗਾਤਾਰ ਤਾਰੀ ਲਾ ਕੇ ਵਾਰੀ ਪਾਰ ਕਰਨਾ। ਅਗਲੀ ਕਹਾਣੀ। ਤੀਜੀ ਜਮਾਤ 'ਚ ਹੋਵਾਂਗਾ। ਪਿਤਾ ਜੀ ਬਟਾਲੇ ਲਾਗੇ ਛੀਨੇ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਲੱਗੇ ਸਨ। ਉਹ ਹਰ ਰੋਜ਼ ਸ਼ਾਮੀ ਮੈਨੂੰ ਵੀ ਆਪਣੇ ਨਾਲ ਪੜ੍ਹਾਉਣ ਲਈ ਸਟੇਸ਼ਨ 'ਤੇ ਲੈ ਜਾਇਆ ਕਰਦੇ। ਇੱਕ ਦਿਨ ਇੰਝ ਹੀ ਬੈਠਾ ਸਾਂ, ਬਾਹਰ ਰੌਲਾ ਪੈ ਗਿਆ ਕਿ ਕੋਈ ਬੰਦਾ ਗੱਡੀ ਥੱਲੇ ਆ ਗਿਆ। ਅਸੀਂ ਬਾਹਰ ਨੂੰ ਦੌੜੇ, ਮੈਨੂੰ ਘਰੇ ਭੇਜ ਦਿੱਤਾ, ਪਰ ਮੈਂ ਸਭ ਕੁਝ ਲੁੱਕ ਕੇ ਵੇਖਦਾ ਰਿਹਾ। ਉਹ ਤਕੜੇ ਜੁੱਸੇ ਵਾਲਾ ਨੌਜਵਾਨ ਸੀ। ਰੇਲਵੇ ਪੁਲਿਸ ਨੇ ਉਹਦੀ ਦੇਹ ਫੱਟੇ 'ਤੇ ਰੱਖ ਪਲੇਟਫਾਰਮ 'ਤੇ ਲੈ ਆਂਦੀ। ਘੜੀ ਕੁ ਮਗਰੋਂ ਹੀ ਸਾਹਮਣੇ ਪੈਂਦੇ ਪਿੰਡ ਕੈਲੇ ਕਲਾਂ ਤੋਂ ਕਿੰਨੇ ਸਾਰੇ ਲੋਕ ਨੱਸੇ ਆਏ। ਉਹਦੀ ਨਵੀਂ ਵਿਆਹੀ ਪਤਨੀ ਵੀ ਉਹਨਾਂ ਵਿੱਚ ਹੀ ਸੀ। ਉਹ ਉਹਦੇ ਅਡੋਲ ਪਏ ਸਰੀਰ ਨੂੰ ਕਲਾਵੇ 'ਚ ਲੈਂਦੀ ਹੋਈ ਪੁੱਛੀ ਜਾ ਰਹੀ ਸੀ ਕਿ ਅਖੀਰ ਗੱਲ ਕੀ ਹੋਈ, ਮੈਨੂੰ ਦੱਸ ਸਹੀ, ਤੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਕਿਹੜੇ ਆਸਰੇ ਨਿਕਲੂਗੀ। ਫਿਰ ਉਹਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ। ਨਾਲ ਆਈਆਂ ਬਜ਼ੁਰਗ ਔਰਤਾਂ ਉਹਨੂੰ ਦੂਰ ਲੈ ਗਈਆਂ। ਮਗਰੋਂ ਪਤਾ ਲੱਗਾ ਕਿ ਸਹੁਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖ ਦਿੱਤੀ ਕਿ ਉਹ ਦਿਲ 'ਤੇ ਲੈ ਗਿਆ। ਫਿਰ ਪੈਲੀਆਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਕੇ ਬਾਹਰ ਨਿਕਲ 1 ਕਿਲੋਮੀਟਰ ਦੂਰ ਸਟੇਸ਼ਨ 'ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ।
ਦੋਸਤੋ, ਦਫ਼ਤਰਾਂ, ਕੰਮਾਂ-ਕਾਰਾਂ, ਮਹਿਫਲਾਂ, ਪਾਰਟੀਆਂ, ਵਿਆਹਾਂ, ਮੰਗਣਿਆਂ ਤੇ ਕਾਰੋਬਾਰ ਦੇ ਸਿਲਸਿਲੇ 'ਚ ਲੁਕਾਈ ਦੇ ਸਮੁੰਦਰ 'ਚ ਵਿਚਰਦਿਆਂ ਕਿੰਨੇ ਸਾਰੇ ਇੱਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨ੍ਹਾਂ ਦਾ ਸਿਰਫ ਤੇ ਸਿਰਫ ਇੱਕੋ ਮੰਤਵ ਇਹ ਹੁੰਦਾ ਹੈ ਕਿ ਤੁਹਾਨੂੰ ਨਕਾਰਾਤਮਿਕਤਾ ਦੇ ਸਮੁੰਦਰ ਵਿੱਚ ਧੱਕ ਕੇ ਤੁਹਾਡੇ ਜ਼ਿਹਨ ਅੰਦਰ ਹੀਣ ਭਾਵਨਾ ਵਾਲੀ ਸੋਚ ਭਾਰੂ ਕਰਨੀ। ਅਕਸਰ ਹੀ ਸ਼ਕਲਾਂ ਸੂਰਤਾਂ 'ਤੇ ਟਿੱਪਣੀਆਂ ਕਰਨੀਆਂ ਉਹਨਾਂ ਦੀ ਆਦਤ ਹੁੰਦੀ ਹੈ। ਸਰੀਰਕ ਬਣਤਰ ਬਾਰੇ ਮਖੌਲ ਬਣਾਏ ਜਾਂਦੇ, ਗਲ ਪਾਏ ਹੋਏ ਕੱਪੜਿਆਂ ਨੂੰ ਗੌਰ ਨਾਲ ਇੰਝ ਤੱਕਿਆ ਜਾਂਦਾ ਹੈ ਕਿ ਤੁਸੀਂ ਰਹਿੰਦੀ ਪਾਰਟੀ ਵੇਲੇ ਤੱਕ ਆਪਣੇ ਆਪ 'ਤੇ ਹੀ ਕੇਂਦਰਿਤ ਹੋਏ ਇਹੋ ਸੋਚੀ ਜਾਓ ਕਿ ਸ਼ਾਇਦ ਮੇਰੀ ਸ਼ਖਸੀਅਤ 'ਚ ਕੁਝ ਗਲਤ ਹੈ। ਤੁਹਾਡੇ ਕੀਤੇ ਕੰਮਾਂ 'ਚ ਬਿਨਾਂ ਵਜ੍ਹਾ ਗਲਤੀਆਂ ਕੱਢੀਆਂ ਜਾਂਦੀਆਂ ਨੇ। ਔਲਾਦ ਭੈਣ ਭਰਾਵਾਂ ਦੇ ਫੇਲ ਪਾਸ ਹੋ ਜਾਣ ਬਾਰੇ ਕਨਸੋਆਂ ਲਈਆਂ ਜਾਂਦੀਆਂ ਤੇ ਫਿਰ ਪਰਾਂ 'ਚ ਬੈਠ ਮਿਰਚ ਮਸਾਲੇ ਲਾ ਚਰਚਾ ਕੀਤੀ ਜਾਂਦੀ ਹੈ। ਜੀਵਨ ਸਾਥੀ ਵਾਲੇ ਰਿਸ਼ਤਿਆਂ ਬਾਰੇ ਅਪਡੇਟ ਵੀ ਲਈ ਜਾਂਦੀ ਹੈ। ਬਿਜ਼ਨਸ ਦੇ ਘਾਟਿਆਂ ਤੇ ਪ੍ਰਮੋਸ਼ਨ ਵੇਲੇ ਹੋਈਆਂ ਨਾਇਨਸਾਫੀਆਂ ਦਾ ਅਹਿਸਾਸ ਇਸ ਤਰੀਕੇ ਨਾਲ ਕਰਾਇਆ ਜਾਂਦਾ ਕਿ ਤੁਸੀਂ ਪਤਾਲ 'ਚ ਧੱਸਦੇ ਜਾਓ। ਦੌਲਤ ਤੇ ਕਾਰਾਂ ਕੋਠੀਆਂ ਦੀ ਬੇਸ਼ਰਮੀ ਨਾਲ ਕੀਤੀ ਜਾਂਦੀ ਸ਼ਰੇਆਮ ਨੁਮਾਇਸ਼ ਦਾ ਮੰਤਵ ਸਿਰਫ ਤੇ ਸਿਰਫ ਇਹ ਹੁੰਦਾ ਹੈ ਕਿ ਅਗਲੇ ਨੂੰ ਛੋਟੇ ਹੋਣ ਦਾ ਅਹਿਸਾਸ ਕਰਾਇਆ ਜਾਏ। ਇੱਥੋਂ ਤੱਕ ਕਿ ਤੁਹਾਡੀਆਂ ਕਾਰਾਂ ਤੇ ਗਲ ਪਾਏ ਕੱਪੜਿਆਂ ਦੇ ਬ੍ਰਾਂਡ ਵੇਖ ਇਹ ਤੈਅ ਕੀਤਾ ਜਾਂਦਾ ਹੈ ਕਿ ਤੁਹਾਨੂੰ ਤੂੰ ਆਖ ਸੰਬੋਧਨ ਹੋਣਾ ਹੈ ਕਿ ਤੁਸੀਂ ਆਖਣਾ ਹੈ। ਪਰਿਵਾਰਿਕ ਇਕੱਠਾਂ 'ਚ ਮਿਲਦੀਆਂ ਤਨਖਾਹਾਂ ਤੇ ਅਹੁਦਿਆਂ ਦਾ ਮੁਕਾਬਲਾ ਕੀਤਾ ਜਾਂਦਾ ਹੈ। ਵਿਆਹ ਸ਼ਾਦੀਆਂ ਮੌਕੇ 'ਤੇ ਖਾਸ ਸਰਦੇ ਪੁੱਜਦਿਆਂ ਦੇ ਵੱਖਰੇ ਟੇਬਲ ਲਾਏ ਜਾਂਦੇ, ਫਿਰ ਖਾਸ ਪ੍ਰਾਹੁਣਿਆਂ ਲਈ ਪੜ੍ਹੇ ਲਿਖੇ ਬਹਿਰੇ ਸੇਵਾ 'ਚ ਹਾਜ਼ਰ ਕੀਤੇ ਜਾਂਦੇ ਨੇ। ਲਿਸਟ ਬੜੀ ਲੰਮੀ ਹੈ ਪਰ ਸਾਰਿਆਂ ਦਾ ਕੇਂਦਰੀ ਭਾਵ ਇੱਕ ਹੀ ਹੈ ਕਿ ਅਸੀਂ ਬਿਹਤਰ, ਤੁਸੀਂ ਹਰ ਪੱਖੋਂ ਘਟੀਆ। ਮੁੱਕਦੀ ਗੱਲ ਇਹ ਹੈ ਕਿ ਜ਼ਿੰਦਗੀ ਜਿਉਣ ਦੇ ਦੋ ਹੀ ਤਰੀਕੇ ਨੇ। ਪਹਿਲਾ, ਜਾਂ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਗੂਣਾ ਤੇ ਨਿਮਾਣਾ ਜਾਂ ਮੰਨ, ਦੂਜੇ ਦੇ ਰਹਿਮੋ ਕਰਮ 'ਤੇ ਛੱਡ ਕੇ ਇਸ ਗੱਲ ਦੀ ਉਡੀਕ ਕੀਤੀ ਜਾਏ ਕਿ ਅਗਲਾ ਤੁਹਾਡੀ ਕਿੰਨੀ ਕੁ ਬੋਲੀ ਲਾਉਂਦਾ ਹੈ, ਤੇ ਦੂਜਾ ਇਹ ਕਿ ਆਪਣੀ ਜ਼ਮੀਰ ਤੇ ਸਵੈ ਮਾਣ ਵਾਲੇ ਘੋੜੇ ਨੂੰ ਅੰਬਰਾਂ ਦੀ ਉਡਾਰੀ ਲਵਾ ਖੁਦ ਦੀ ਕੀਮਤ ਇਸ ਤਰੀਕੇ ਨਾਲ ਮਿੱਥੀ ਜਾਏ ਕਿ ਵੱਡੇ ਤੋਂ ਵੱਡੇ ਨਾਢੂ ਖਾਂ ਖਵਾਉਣ ਵਾਲੇ ਨੂੰ ਵੀ ਤੁਹਾਡੀ ਬੋਲੀ ਲਾਉਣ ਤੋਂ ਪਹਿਲਾਂ 100 ਵਾਰ ਸੋਚਣਾ ਪਏ। ਦੋਸਤੋ, ਫਰਜ਼ ਕਰੋ ਜੇ 18ਵੀਂ ਸਦੀ 'ਚ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਦੇ ਮੱਸੇ ਰੰਗੜ ਨੂੰ ਇਸ ਕੰਮੋਂ ਰੋਕਣ ਲਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੀਰਾਂਕੋਟ ਦਰਸ਼ਨੀ ਡਿਓੜੀ ਕੋਲ ਆ ਕੇ ਧਰਨੇ 'ਤੇ ਬੈਠ ਗਏ ਹੁੰਦੇ ਤਾਂ ਅੱਜ ਕਿੱਥੇ ਖਲੋਤੇ ਹੁੰਦੇ। ਪੱਕੀ ਗੱਲ, ਦੋਹਾਂ ਦੇ ਵਜੂਦ ਰੇਤ ਦੇ ਕਿਣਕਿਆਂ ਵਾਂਗ ਇਤਿਹਾਸਿਕ ਪੰਧ ਤੋਂ ਕਿਧਰੇ ਘਿਰ ਗਏ ਹੁੰਦੇ। ਇਤਿਹਾਸ ਸਿਰਜਣ ਲਈ ਡਾਢਿਆਂ ਦੇ ਐਨ ਸਿਰ 'ਤੇ ਖਲੋ ਕੇ ਬਰੋਬਰ ਦੀ ਧਿਰ ਬਣ ਸਾਰੇ ਹਿਸਾਬ ਕਿਤਾਬ ਨਗਦੋ ਨਗਦ ਕਰਨੇ ਹੀ ਪੈਂਦੇ ਨੇ। ਉਸ ਦਿਨ ਨਿੱਕੀ ਭੈਣ ਦਾ ਜਨਮ ਦਿਨ ਸੀ। ਇਹਨਾਂ ਨਾਲ ਗੱਲ ਕੀਤੀ ਕਿ ਮੰਮੀ ਵੱਲ ਜਾਣਾ ਇੱਕ ਦਿਨ ਵਾਸਤੇ। ਮੰਨ ਤਾਂ ਗਏ ਪਰ ਆਖਣ ਲੱਗੇ ਕਿ ਇੱਧਰ ਮੰਮੀ ਡੈਡੀ ਦੇ ਕੰਨਾਂ ਵਿੱਚੋਂ ਵੀ ਕੱਢ ਦੇ। ਉਹਨਾਂ ਨਾਲ ਗੱਲ ਕੀਤੀ ਤਾਂ ਅੱਗਿਓਂ ਕੋਈ ਹਾਂ ਹੁੰਗਾਰਾ ਨਾ ਭਰਿਆ, ਦੋਵੇਂ ਚੁੱਪ ਜੇ ਕਰ ਗਏ। ਫਿਰ ਮੰਮੀ ਆਖਣ ਲੱਗੇ, ਅਜੇ ਪਿਛਲੇ ਹਫ਼ਤੇ ਹੀ ਤਾਂ ਹੋ ਕੇ ਆਈ ਸੈਂ, ਏਡੀ ਜਲਦੀ ਫੇਰ ਕਿਉਂ? ਇਸ ਤੋਂ ਪਹਿਲੇ ਕਿ ਕੋਈ ਜਵਾਬ ਦਿੰਦੀ ਘਰੋਂ ਫੋਨ ਆ ਗਿਆ ਮੰਮੀ ਜੀ ਦਾ ਸੀ। ਅਖੇ ਅਜੇ ਤੁਰੀ ਨਹੀਂ, ਸਾਰਾ ਕੁਝ ਤੇਰੀ ਖਾਤਰ ਰੋਕ ਕੇ ਰੱਖਿਆ ਹੋਇਆ। ਬਹਾਨਾ ਲਾ ਦਿੱਤਾ ਕਿ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਏ, ਨਹੀਂ ਆ ਸਕਦੀ। ਅੱਗੋਂ ਆਖਣ ਲੱਗੇ ਪਤਾ ਪੈਣ ਆਉਣ ਲੱਗੇ ਇੱਕ ਹੋਰ ਬਹਾਨਾ ਲਾ ਕੇ ਰੋਕ ਦਿੱਤਾ। ਫਿਰ ਆਖਣ ਲੱਗੇ ਹੁਣ ਦੱਸ ਤੇਰੇ ਵੱਲੋਂ ਤੇਰੀ ਭੈਣ ਨੂੰ ਕਿਹੜਾ ਤੋਹਫਾ ਦੇਵਾਂ? ਆਖਿਆ ਮੇਰੀ ਨਿੱਕੀ ਭੈਣ ਨੂੰ ਅੱਜ ਮਗਰੋਂ ਇੰਨੀ ਗੱਲ ਆਖਣੀ ਬੰਦ ਕਰ ਦਿਓ ਕਿ ਆਹ ਕੰਮ ਵਿਆਹ ਮਗਰੋਂ ਕਰ ਲਈ। ਮਾਂ ਹੈਲੋ ਹੀ ਕਰਦੀ ਰਹਿ ਗਈ ਤੇ ਮੈਂ ਰਿਸੀਵਰ ਹੇਠਾਂ ਰੱਖ ਦਿੱਤਾ। ਅਗਲੀ ਕਹਾਣੀ। ਗੁਰਦਾਸਪੁਰ ਕੋਲ ਪਿੰਡ 'ਚ ਜੰਮਿਆ, ਉੱਥੇ ਵੱਡਾ ਹੋਇਆ, ਅਖੀਰ ਫੌਜ 'ਚ ਭਰਤੀ ਹੋ ਗਿਆ ਤੇ ਕਿੰਨਾ ਕੁਝ ਵੇਖਣ ਦਾ ਸਬੱਬ ਮਿਲਿਆ। ਪਹਾੜ, ਵਾਦੀਆਂ, ਬਹਾਰਾਂ, ਜੰਗਲ, ਨਦੀਆਂ, ਨਾਲੇ, ਝਰਨੇ, ਝੀਲਾਂ, ਹੋਰ ਵੀ ਕਿੰਨਾ ਕੁਝ। ਪਰ ਪਿੰਡ ਦਾ ਵਿਹੜਾ ਅਕਸਰ ਸੁਪਨਿਆਂ 'ਚ ਆ ਜਾਂਦਾ। ਫਿਰ ਮੈਂ ਅਗਲੀ ਸਵੇਰ ਉਹੀ ਪਿੰਡ ਵਾਲਾ ਮਾਹੌਲ ਮਨ 'ਚ ਸਿਰਜ ਕਿਸੇ ਐਸੀ ਥਾਂ ਅੱਪੜ ਜਾਂਦਾ ਜਿੱਥੋਂ ਮੇਰੇ ਪਿੰਡ ਦੀ ਖੁਸ਼ਬੂ ਆਉਂਦੀ ਪ੍ਰਤੀਤ ਹੁੰਦੀ। ਫਿਰ ਅਗਲੀ ਪਲ ਹਰੀ ਵਰਦੀ ਵਾਲਾ ਮੇਜਰ ਦਰਸ਼ਨ ਸਿੰਘ, ਫਿਰ ਹਰ ਪਾਸਿਓਂ ਆਉਂਦੀਆਂ ਸਾਬਜੀ ਦੀਆਂ ਆਵਾਜ਼ਾਂ, ਵੱਜਦੇ ਸਲੂਟ, ਸਿਜਦੇ ਸਲਾਮਾਂ, ਫੌਜੀ ਪਾਰਟੀਆਂ, ਬੈਂਡ, ਡਿਸਿਪਲਿਨ, ਸਾਰਾ ਕੁਝ ਰੇਤ ਦੇ ਕਿਣਕਿਆਂ ਵਾਂਗ ਘਿਰ ਜਾਂਦਾ। ਇੱਕ ਵਾਰ ਪਿਤਾ ਜੀ ਮੇਰੀ ਦਾਦੀ ਜੀ ਨੂੰ ਰੁੜਕੀ ਯੂਨਿਟ ਮਿਲਾਉਣ ਲੈ ਆਏ। ਬੜਾ ਮੋਹ ਕੀਤਾ, 3 ਦਿਨ ਰਹੇ। ਇੱਕ ਦਿਨ ਸਵੇਰੇ ਡਿਊਟੀ 'ਤੇ ਤੁਰਨ ਲੱਗਾ ਤਾਂ ਬਾਹਰ ਕੁਰਸੀ 'ਤੇ ਬੈਠਿਆਂ ਆਵਾਜ਼ ਮਾਰ ਲਈ, ਵੇ ਦਰਸ਼ੂ ਕੋਲ ਆ, ਇੱਕ ਗੱਲ ਕਰਨੀ ਹੈ ਤੇਰੇ ਨਾਲ। ਦਰਸ਼ੂ? ਵਰ੍ਹਿਆਂ ਬਾਅਦ ਕਿਸੇ ਇਹ ਨਾਮ ਲੈ ਕੇ ਆਵਾਜ਼ ਮਾਰੀ ਸੀ
ਤਾਂ ਰੂਹ ਨਸ਼ਿਆ ਗਈ। ਨਿੱਕੇ ਹੁੰਦੇ ਮੇਰੇ ਵਾਲ ਭਾਰੇ ਸਨ, ਹਮੇਸ਼ਾ ਖੁੱਲ੍ਹ ਜਾਂਦੇ, ਫਿਰ ਖੁੱਲ੍ਹੇ ਵਾਲਾਂ ਨਾਲ ਹੀ ਦੌੜਿਆ ਫਿਰਦਾ। ਕੋਈ ਦਾਦੀ ਜੀ ਨੂੰ ਜਾ ਆਖਦਾ, ਦਰਸ਼ੂ ਦੇ ਵਾਲ ਖੁੱਲ੍ਹ ਗਏ, ਅਤੇ ਫਿਰ ਮੇਰੀ ਦਾਦੀ ਉਚੇਚਾ ਜੂੜਾ ਕਰਨ ਮੇਰੇ ਮਗਰ ਮਗਰ ਮੈਨੂੰ ਲੱਭਦੀ ਆ ਜਾਂਦੀ। ਵੇ ਦਰਸ਼ੂ, ਉਰਾਂ ਤੇਰਾ ਜੂੜਾ ਕਰਦੇ ਹਾਂ। ਉਹ ਜੂੜਾ ਕਰਨ ਨਹੀਂ, ਸਗੋਂ ਇਹ ਵੇਖਣ ਆਉਂਦੀ ਕਿਸੇ ਕੱਟ 'ਤੇ ਨਹੀਂ ਲਏ। ਅਤੇ ਜਦੋਂ ਦੀ ਮੇਰੀ ਮਾਤਾ ਜੀ ਇੰਝ ਹੋਈ, ਟੂਣਿਆਂ ਤੋਂ ਬਹੁਤ ਚੁਕੰਨੀ ਰਹਿੰਦੀ। ਮੈਨੂੰ ਅੱਜ ਵੀ ਲੱਗਾ ਸ਼ਾਇਦ ਇਹੋ ਵੇਖਣਾ ਲੋਚਦੀ ਸੀ ਕਿ ਕਿਸੇ ਵਾਲ 'ਤੇ ਨਹੀਂ ਕੱਟ ਲਏ, ਪਰ ਅੱਜ ਤੇ ਕੱਸ ਕੇ ਬੰਨੀ ਪੱਗ ਹੇਠ ਸੁਰੱਖਿਅਤ ਸਨ। ਕੋਲ ਆਇਆ, ਆਖਣ ਲੱਗੀ, ਮੈਨੂੰ ਮਰਨ ਨਾ ਦੇਈਂ, ਮੈਂ ਤੇਰੇ ਪੁੱਤ ਦਾ ਵਿਆਹ ਵੇਖ ਮਰਨਾ। ਫਿਰ ਹੌਕਾ ਨਿਕਲ ਗਿਆ। ਉਹ ਇੰਝ ਵੀ ਸੋਚਦੀ ਸੀ। ਦਫ਼ਤਰ ਫੋਨ ਕਰਕੇ ਛੁੱਟੀ ਲੈ ਲਈ, ਹਸਪਤਾਲ ਲੈ ਗਿਆ, ਪੂਰਾ ਚੈੱਕਅਪ ਕਰਵਾਇਆ, ਇਹ ਪਤਾ ਕਰਨ ਲਈ ਕਿ ਉਹਦੇ ਅੰਦਰ ਕੋਈ ਐਸੀ ਚੀਜ਼ ਤਾਂ ਨਹੀਂ ਜਿਹੜੀ ਵਿਆਹ ਤੱਕ ਦੇ ਸਫ਼ਰ ਤੀਕਰ ਰੋੜਾ ਬਣ ਰਹੀ ਹੋਵੇ। ਫਿਰ ਸਾਰਾ ਦਿਨ ਉਹਦੇ ਨਾਲ ਹੀ ਰਿਹਾ, ਅਤੇ ਜਿੰਨੀ ਵੇਰ ਵੀ ਦਰਸ਼ੂ ਦਰਸ਼ੂ ਆਖ ਸੰਬੋਧਿਤ ਹੋਈ, ਇੰਝ ਲੱਗਾ ਪਿੰਡ ਦੀ ਕਿਸੇ ਨੁੱਕਰ 'ਚ ਮੇਰਾ ਖੁੱਲ੍ਹਿਆ ਜੂੜਾ ਵਲ ਰਹੀ ਹੋਵੇ, ਮੀਡੀਆਂ ਸਣੇ। ਅਗਲੀ ਕਹਾਣੀ। ਉਹ ਅੱਧੀ ਰਾਤ ਨੂੰ ਆਪਣੇ ਕੋਲ ਪਈ ਆਪਣੀ ਨਵ ਜੰਮੀ ਧੀ ਦਾ ਉੱਚੀ ਉੱਚੀ ਰੋਣ ਸੁਣ ਉੱਬੜਵਾਏ ਉੱਠੀ ਅਤੇ ਆਪਣੀਆਂ ਛਾਤੀਆਂ 'ਚ ਇਕੱਠੀ ਹੋਈ ਮਣਾ ਮੂੰਹ ਮਮਤਾ ਦੀ ਮਿੱਠੀ ਜਿਹੀ ਧਾਰ ਉਹਦੇ ਮੂੰਹ ਨੂੰ ਲਾ ਦਿੱਤੀ। ਅਚਾਨਕ ਉੱਠ ਖਲੋਤਾ ਤੂਫਾਨ ਥੰਮ ਗਿਆ। ਸੱਜਰੀ ਸੂਹੀ ਸਵੇਰ ਦੀ ਤਰੇਲ ਵਾਂਗ ਨਰਮ ਤਾਜ਼ੇ ਬੁੱਲ੍ਹਾਂ ਦੀ ਛੋਹ ਨੇ ਉਹਦੀਆਂ ਛਾਤੀਆਂ 'ਤੇ ਵਜੂਦ 'ਤੇ ਪਏ ਕਿੰਨੇ ਸਾਰੇ ਭਾਰ ਨੂੰ ਇੱਕਦਮ ਹੀ ਹਲਕਾ ਕਰ ਦਿੱਤਾ। ਫਿਰ ਕੁਝ ਦਿਨਾਂ ਮਗਰੋਂ ਇੱਕ ਉਂਝ ਦੀ ਹੀ ਸੱਜਰੀ ਸਵੇਰ ਨੂੰ ਕੁਝ ਬੋਲ ਕੰਨੀ ਪਏ, ਪਟਰਾਣੀਏ ਉੱਠ ਜਾ, ਕਦੋਂ ਤੱਕ ਘੋੜੇ ਵਿੱਚ ਸੁੱਤੀ ਰਹੇਂਗੀ। ਦੂਜੀਆਂ ਦੋ ਵੀ ਰੋ ਰਹੀਆਂ ਨੇ ਤੇਰੀ ਜਾਨ ਨੂੰ, ਉਹਨਾਂ ਦੀ ਵੀ ਖੈਰ ਸੁਰਤ ਲੈ ਲੈ। ਕੋਈ ਸਪੈਸ਼ਲ ਜਣੇਪਾ ਨਹੀਂ ਕੱਟ ਰਹੀ ਤੂੰ, ਅਸੀਂ ਵੀ 5-5 ਨਿਆਣੇ ਜੰਮੇ ਆ। ਨਾਲੇ ਉਹ ਮਨਹੂਸ ਹੁਣ ਕਿਹੜੀ ਤੇਰੇ ਕੋਲ ਹੈ ਜਿਹਦੇ ਕਰਕੇ ਤੈਨੂੰ ਸਾਰੀ ਰਾਤ ਜਗਰਾਤਾ ਕੱਟਣਾ ਪੈਂਦਾ ਹੋਵੇ। ਸਵੇਰੇ ਸਵੇਰੇ ਕੰਨਾਂ 'ਚ ਚੁੱਭ ਗਈਆਂ ਇਹਨਾਂ ਅਣਗਿਣਤ ਤਿੱਖੀਆਂ ਸੂਲਾਂ ਕਾਰਨ ਆਈ ਜਾਗ ਮਗਰੋਂ ਅਚਾਨਕ ਖਿਆਲ ਆਇਆ ਕਿ ਘਰ 'ਚ ਤੀਜੀ ਧੀ ਜੰਮਣ ਮਗਰੋਂ ਪੈਂਦੇ ਕਲੇਸ਼ ਕਰਕੇ ਅਜੇ ਕੱਲ੍ਹ ਹੀ ਤਾਂ ਬੇਔਲਾਦ ਭਰਾ ਭਾਬੀ ਉਹਦੀ ਨਵੀਂ ਜਨਮੀ ਧੀ ਨੂੰ ਆਪਣੇ ਨਾਲ ਬਹੁਤ ਦੂਰ ਲੈ ਗਏ ਸਨ। ਛਾਤੀਆਂ 'ਚੋਂ ਆਪ ਮੁਹਾਰੇ ਵਗ ਤੁਰੀ ਅਣਪੀਤੇ ਦੁੱਧ ਦੀ ਇੱਕ ਵੱਡੀ ਨਦੀ ਅਤੇ ਅੱਖਾਂ 'ਚੋਂ ਵਗਦੇ ਖਾਰੇ ਪਾਣੀ ਦੀ ਤੇਜ਼ ਧਾਰ ਵਿਚਕਾਰ ਅੱਜ ਇੱਕ ਅਜੀਬ ਮੁਕਾਬਲਾ ਚੱਲ ਰਿਹਾ ਸੀ। ਦੋਹਾਂ ਵਿੱਚੋਂ ਕੋਈ ਵੀ ਹਾਰ ਕਬੂਲਣ ਨੂੰ ਤਿਆਰ ਨਹੀਂ ਸੀ। ਇੱਕ ਦੂਜੇ ਤੋਂ ਅੱਗੇ ਹੋ ਪੈਂਡਾ ਤੈਅ ਕਰਦੀਆਂ ਜਾ ਰਹੀਆਂ ਸਨ। ਅਗਲੀ ਕਹਾਣੀ। ਸੇਲਜ਼ਮੈਨ ਦੀ ਨੌਕਰੀ ਦੀ ਇੰਟਰਵਿਊ ਇੱਕ ਪੇਂਡੂ ਉਮੀਦਵਾਰ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ। ਬਾਹਰ ਗੇਟ 'ਤੇ ਬੈਠਾ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ। ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ। ਅਖੇ ਇੱਕ ਮੌਕਾ ਦੇ ਦਿਓ, ਜੇ ਅੰਗਰੇਜ਼ੀ ਬੋਲਣ ਵਾਲਿਆਂ ਤੋਂ ਜ਼ਿਆਦਾ ਚੀਜ਼ਾਂ ਨਾ ਵੇਚੀਆਂ ਤਾਂ ਬੇਸ਼ੱਕ ਤਨਖਾਹ ਵੀ ਨਾ ਦਿਓ। ਅੱਖਾਂ 'ਚੋਂ ਡੁੱਲ ਪੈਂਦਾ ਆਤਮ ਵਿਸ਼ਵਾਸ ਦੇਖ ਨੌਕਰੀ 'ਤੇ ਰੱਖ ਲਿਆ ਗਿਆ। ਅਗਲੇ ਕੁਛ ਹੀ ਦਿਨਾਂ 'ਚ ਕੰਪਨੀ ਦੀ ਵਿਕਰੀ ਵਾਕਿਆ ਹੀ ਕਈ ਗੁਣਾ ਵੱਧ ਗਈ। ਮਾਲਕ ਅੰਦਰ ਜਿਗਿਆਸਾ ਜਾਗੀ। ਉਹ ਇੱਕ ਦਿਨ ਮੁੰਡੇ ਦੀ ਚੀਜ਼ਾਂ ਵੇਚਣ ਦੀ ਤਕਨੀਕ ਵੇਖਣ ਮੌਕੇ 'ਤੇ ਆ ਗਿਆ। ਕੀ ਦੇਖਦਾ, ਉਹਨੇ ਇੱਕ ਗਾਹਕ ਨੂੰ ਮੱਛੀਆਂ ਫੜਨ ਵਾਲਾ ਜਾਲ 800 ਰੁਪਈਏ 'ਚ ਵੇਚ ਦਿੱਤਾ। ਫਿਰ ਉਸੇ ਗਾਹਕ ਦੇ ਬੂਟਾਂ ਵੱਲ ਇਸ਼ਾਰਾ ਕਰ ਕਹਿੰਦਾ, ਸ਼੍ਰੀਮਾਨ, ਇੰਨੇ ਮਹਿੰਗੇ ਬੂਟ ਪਾ ਕੇ ਮੱਛੀਆਂ ਫੜਨ ਜਾਓਗੇ ਤਾਂ ਖਰਾਬ ਹੋ ਜਾਣਗੇ, ਇੱਕ ਸਸਤਾ ਜਿਹਾ ਜੋੜਾ ਵੀ ਲੈ ਲਓ। ਉਹਨੇ 400 ਦਾ ਬੂਟਾਂ ਦਾ ਉਹ ਜੋੜਾ ਵੀ ਵੇਚ ਦਿੱਤਾ। ਫਿਰ ਆਖਣ ਲੱਗਾ, ਸ਼੍ਰੀਮਾਨ, ਸਮੁੰਦਰ 'ਚ ਜਾਲ ਸੁੱਟ ਬੈਠੇ ਹੋਗੇ ਤਾਂ ਕੜਕਦੀ ਧੁੱਪ 'ਚ ਸਿਰ ਮੱਚ ਜਾਏਗਾ, ਇੱਕ ਟੋਪੀ ਵੀ ਲੈ ਲਓ। ਸਿਰ ਢੱਕਣ ਵਾਸਤੇ ਗਾਹਕ ਨੇ ਟੋਪੀ ਵੀ ਖਰੀਦ ਲਈ। ਨਾਲ ਹੀ ਦਲੀਲ ਦਿੱਤੀ ਕਿ ਜਨਾਬ ਇਹ ਤਾਂ ਹੈ ਨਹੀਂ ਕਿ ਤੁਸੀਂ ਜਾਲ ਸੁੱਟਿਆ ਅਤੇ ਮੱਛੀ ਫਸ ਗਈ, ਟਾਈਮ ਵੀ ਲੱਗ ਸਕਦਾ, ਭੁੱਖ ਲੱਗੇਗੀ ਅਤੇ ਖਾਓਗੇ ਕੀ। ਗਾਹਕ ਨੇ 300-400 ਦਾ ਖਾਣ ਪੀਣ ਦਾ ਸਮਾਨ ਵੀ ਖਰੀਦ ਲਿਆ ਅਤੇ ਕੁਝ ਹੀ ਮਿੰਟਾਂ 'ਚ ਹੋਈ ਇੰਨੀ ਸਾਰੀ ਵਿਕਰੀ ਦੇਖ ਮਾਲਕ ਕਹਿੰਦਾ ਕਿ ਕਮਾਲ ਕਰਤੀ ਮੁੰਡਿਆ, ਬੰਦਾ ਇੱਕ ਜਾਲ ਲੈਣ ਆਇਆ ਸੀ ਅਤੇ ਤੂੰ ਇੰਨੀਆਂ ਸਾਰੀਆਂ ਚੀਜ਼ਾਂ ਵੇਚ ਦਿੱਤੀਆਂ। ਅੱਗੋਂ ਆਖਦਾ, ਸਰ, ਤੁਹਾਨੂੰ ਕਿਹਨੇ ਕਿਹਾ ਕਿ ਉਹ ਜਾਲ ਲੈਣ ਆਇਆ ਸੀ? ਉਹਦੀ ਤੇ ਵਹੁਟੀ 4 ਦਿਨ ਵਾਸਤੇ ਪੇਕੇ ਗਈ ਸੀ ਅਤੇ ਉਹ ਇਕੱਲੇਪਨ ਤੋਂ ਅੱਕਿਆ ਹੋਇਆ ਫਿਲਮਾਂ ਦੀਆਂ ਸੀਡੀਆਂ ਲੈਣ ਆਇਆ ਸੀ। ਮੈਂ ਬਸ ਉਹਦੀ ਦੁੱਖ ਦੀ ਰਗ ਪਛਾਣ ਲਈ ਅਤੇ ਕਿਹਾ ਕਿ 4 ਦਿਨ ਘਰੇ ਬੈਠੇ ਮੂਵੀਆਂ ਵੇਖ ਹੋਰ ਬੋਰ ਹੋ ਜਾਓਗੇ, ਬਾਹਰ ਨਿਕਲੋ ਅਤੇ ਖੁੱਲ੍ਹੇ ਸਮੁੰਦਰ 'ਚ ਮੱਛੀਆਂ ਫੜੋ ਤਾਂ ਜੋ ਜ਼ਿੰਦਗੀ ਥੋੜ੍ਹੀ ਹੋਰ ਰੋਮਾਂਚਕਾਰੀ ਹੋ ਸਕੇ। ਬਾਹਰੀ ਬੋਲੀ ਅਤੇ ਹਲਕੀ ਪਕੜ ਨੂੰ ਕਦੀ ਵੀ ਆਪਣੀ ਕਮਜ਼ੋਰੀ ਨਹੀਂ ਬਣਾਉਣਾ ਚਾਹੀਦਾ। ਬਸ ਅਗਲੇ ਦੀ ਦੁੱਖ ਦੀ ਰਗ ਫੜਨੀ ਆਉਣੀ ਚਾਹੀਦੀ ਹੈ। ਜੇ ਬੇਗਾਨੀ ਬੋਲੀ ਬੋਲਣ ਵਿੱਚ ਮੁਹਾਰਤ ਆਪਣੇ ਆਪ ਵਿੱਚ ਹੀ ਸਭ ਕੁਝ ਹੁੰਦੀ ਤਾਂ ਲੱਛੇਦਾਰ ਅੰਗਰੇਜ਼ੀ ਬੋਲਣ ਵਾਲੇ ਇੱਧਰ ਦੇ ਜੰਮੇ ਪਲੇ ਕਿੰਨੇ ਸਾਰੇ ਲੋਕ ਚੌਂਕਾਂ 'ਤੇ ਸਟਾਪ ਸਾਈਨਾਂ 'ਤੇ ਖਲੋਤੇ 10-10, 20-20
ਸੈਂਟਾਂ ਖਾਤਰ ਲੰਘਦੇ ਜਾਂਦੇ ਅੱਗੇ ਆਪਣਾ ਹੱਥ ਨਾ ਫੈਲਾ ਰਹੇ ਹੁੰਦੇ। ਧੰਨਵਾਦ।